ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਜੇਕਰ ਇਹ ਸ਼ੌਂਕ ਜਨੂਨ ਬਣ ਜਾਵੇ ਤਾਂ ਵੱਡੀਆਂ ਵੱਡੀਆਂ ਔਂਕੜਾਂ ਵੀ ਛੋਟੀਆਂ ਰਹਿ ਜਾਂਦੀਆਂ ਹਨ। ਅਜਿਹਾ ਹੀ ਕਰ ਦਿਖਾਇਆ ਹੈ ਸੰਗਰੂਰ ਦੇ ਧੂਰੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਬਾਠ ਨੇ, ਜੋ ਕਿ ਜੇਲ੍ਹ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਆਪਣੇ ਸ਼ੌਂਕ ਨੂੰ ਵੀ ਬਖੂਬੀ ਪਾਰ ਰਿਹਾ ਹੈ। ਇਸ ਨੌਜਵਾਨ ਦਾ ਸ਼ੌਂਕ ਉੱਚੀਆਂ ਤੋਂ ਉੱਚੀਆਂ ਪਹਾੜੀਆਂ ਚੜ੍ਹਨ ਦਾ ਹੈ ਅਤੇ ਹਾਲ ਹੀ ਵਿੱਚ ਇਸ ਨੌਜਵਾਨ ਨੇ ਆਪਣੀ ਟੀਮ ਦੇ ਨਾਲ ਇੱਕ ਪਹਾੜੀ ਦੀ ਚੋਟੀ ਤੇ ਭਾਰਤ ਦਾ ਸਭ ਤੋਂ ਵੱਡਾ ਝੰਡਾ ਲਹਿਰਾ ਕੇ ਰਿਕਾਰਡ ਬਣਾਇਆ ਹੈ। ਇਸ ਨੌਜਵਾਨ ਦਾ ਸੁਪਨਾ ਮਾਊਂਟ ਐਵਰੈਸਟ ਚੋਟੀ ਨੂੰ ਸਰ ਕਰਨ ਦਾ ਹੈ, ਜਿਸ ਦੇ ਲਈ ਇਹ ਪੂਰੀ ਤਿਆਰੀ ਕਰ ਰਿਹਾ ਹੈ ਅਤੇ ਇਸ ਦਾ ਟਾਰਗੇਟ ਇਸ ਚੋਟੀ ਨੂੰ 2 ਸਾਲਾਂ ਵਿੱਚ ਸਰ ਕਰਨ ਦਾ ਹੈ। ਇਹਨਾਂ ਦੇ ਕੰਮ ਦੇਖ ਕੇ ਖੁਦ ਨੂੰ ਵੀ ਮੋਟੀਵੇਸ਼ਨ ਮਿਲਦੀ ਆ। ਬਹੁਤ ਸੋਹਣੇ ਕੰਮ ਕਰਦੇ ਆ, ਸਮਾਜ ਸੇਵਾ ਦੇ ਵਿੱਚ ਵੀ ਕੰਮ ਕਰਦੇ ਆ। ਜਿੱਦਾਂ ਇਹਨਾਂ ਨੂੰ ਪਰਬਤਾਰੋਹਣ ਦਾ ਵੀ ਸ਼ੌਕ ਹੈਗਾ। ਸਮਾਜ ਸੇਵਾ ਦੇ ਕੰਮ ਤਾਂ ਥੋੜ੍ਹੇ ਜਿੱਦਾਂ ਲੋਕਲ ਲੈਵਲ 'ਤੇ ਹੀ ਆ ਜਾਂਦੇ ਆ, ਤਾਂ ਵਧੀਆ ਲੱਗਦਾ ਜਦੋਂ ਕਰਦੇ ਆ। ਖੁਦ ਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਹੈ, ਇਹਨਾਂ ਦਾ ਨਾਮ ਸੁਣ ਕੇ ਖੁਦ ਨੂੰ ਮਾਣ ਮਹਿਸੂਸ ਹੁੰਦਾ। ਜਿਹੜਾ ਇਹਨਾਂ ਦਾ ਦੂਸਰਾ ਸ਼ੌਕ ਹੈਗਾ ਪਰਬਤਾਰੋਹਣ ਦਾ, ਉਹ ਹੈ ਤਾਂ ਬਹੁਤ ਵਧੀਆ, ਪਰ ਘਰ ਦੇ ਵਿੱਚ ਥੋੜ੍ਹਾ ਜਿਹਾ ਡਰ ਵਾਲਾ ਮਾਹੌਲ ਬਣਿਆ ਰਹਿੰਦਾ। ਜਿੰਨੀ ਦੇਰ ਇਹ ਵਾਪਸ ਨਹੀਂ ਆਉਂਦੇ ਜਾਂ ਕੋਈ ਖਬਰ ਨਹੀਂ ਆ ਜਾਂਦੀ ਕਿ ਇਹਨਾਂ ਨੇ ਚੰਗੀ ਤਰ੍ਹਾਂ ਕੋਈ ਚੋਟੀ ਜਿਹੜੀ ਹੈਗੀ ਆ ਸਰ ਕਰ ਲਈ ਆ। ਨੈਟਵਰਕ ਦਾ ਇਸ਼ੂ ਰਹਿੰਦਾ, ਉੱਥੇ ਗੱਲ ਨਹੀਂ ਹੁੰਦੀ ਫੋਨ 'ਤੇ। ਜਦੋਂ ਬਾਹਰ ਗਏ ਹੁੰਦੇ ਆ ਤਾਂ ਬਹੁਤ ਟੈਨਸ਼ਨ ਮਹਿਸੂਸ ਹੁੰਦੀ ਆ, ਪਰ ਫਿਰ ਬਾਅਦ 'ਚੋਂ ਚੰਗਾ ਲੱਗਦਾ ਜਦੋਂ ਕੋਈ ਚੋਟੀ ਸਰ ਕਰਕੇ ਆਉਂਦੇ ਆ, ਚੰਗੀ ਖਬਰ ਮਿਲਦੀ ਆ। ਇਸ ਵਾਰ ਤਾਂ ਬਹੁਤ ਹੀ ਟੈਨਸ਼ਨ ਵਾਲਾ ਮਾਹੌਲ ਸੀ। ਖਬਰਾਂ ਆਉਂਦੀਆਂ ਸੀ, ਸਾਰੇ ਕਹਿੰਦੇ ਸੀ ਉੱਥੇ ਤਾਂ ਜਾਣਾ ਨਹੀਂ ਚਾਹੀਦਾ, ਫਲੱਡ ਆਏ ਹੋਏ ਆ, ਢਿੱਗਾਂ ਡਿੱਗੀ ਜਾਂਦੀਆਂ। ਮੈਂ ਤਾਂ TV ਦੇਖਣਾ ਬੰਦ ਕਰਤਾ ਸੀ, ਖਬਰਾਂ ਤਾਂ ਦੇਖਦੇ ਨਹੀਂ ਸੀ। ਪਰ ਇੱਕ ਦਿਨ ਅਚਾਨਕ ਜਦੋਂ ਇਹ ਗਏ ਹੋਏ ਸੀ, ਇਹਨਾਂ ਨੇ ਦੱਸਿਆ ਕਿ ਅਸੀਂ ਮੰਡੀ ਰੁਕੇ ਹੋਏ ਹਾਂ, ਬੱਸ ਖਰਾਬ ਹੋ ਗਈ। ਜਦ ਕਿ ਬੱਸ ਦਾ ਐਕਸੀਡੈਂਟ ਹੋ ਗਿਆ ਸੀ। ਇਹਨਾਂ ਨੇ ਮੈਨੂੰ ਦੱਸਿਆ ਨਹੀਂ ਗਾ ਕਿ ਟੈਨਸ਼ਨ ਹੋਏਗੀ। ਅਤੇ ਮੈਂ ਸੋਚਿਆ ਚਲੋ ਬੱਸ ਖਰਾਬ ਹੋ ਗਈ ਹੋਣੀ ਆ। ਅਤੇ ਇਹ ਕਹਿੰਦੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ, ਵੀ ਅੱਜ ਸਾਨੂੰ ਰਾਤ ਨੂੰ ਇੱਥੇ ਹੀ ਰੁਕਣਾ ਪੈਣਾ। ਅਤੇ ਸਵੇਰੇ ਉੱਠਦੇ ਸਾਰ ਜਦੋਂ ਮੈਂ ਅਖਬਾਰ ਦੇਖਿਆ, ਇਹ ਅਖਬਾਰ ਮੇਰੇ ਸਾਹਮਣੇ ਹੀ ਪਿਆ ਗਾ, ਇੱਕਦਮ ਇੰਨੀ ਜ਼ਿਆਦਾ ਟੈਨਸ਼ਨ ਵੱਧ ਗਈ ਦੇਖ ਕੇ ਕਿ ਹਿਮਾਚਲ 'ਚ ਕੁਦਰਤ ਦਾ ਕਹਿਰ, 22 ਮੌਤਾਂ। ਇੱਕਦਮ ਦਿਲ ਫੜਿਆ ਗਿਆ, ਪਤਾ ਨਹੀਂ ਕੀ ਹੋਇਆ ਹੋਏਗਾ, ਕਿੱਥੇ ਹੋਣਗੇ ਇਹ, ਠੀਕ ਹੋਣਗੇ ਜਾਂ ਨਹੀਂ। ਅਤੇ ਫੋਨ ਕੀਤਾ ਇਹਨਾਂ ਨੂੰ, ਇਹਨਾਂ ਨੇ ਫੋਨ ਨਹੀਂ ਚੱਕਿਆ। ਇੱਕਦਮ ਮੇਰੀ ਧੜਕਣ ਹੋਰ ਜ਼ਿਆਦਾ ਵੱਧ ਗਈ ਜਦੋਂ ਇਹਨਾਂ ਨੇ ਫੋਨ ਵੀ ਨਹੀਂ ਪਿਕ ਕੀਤਾ। ਦੁਬਾਰਾ ਫਿਰ ਮੈਂ ਕਾਲ ਕੀਤੀ ਥੋੜ੍ਹੀ ਦੇਰ ਬਾਅਦ, 5 ਕੁ ਮਿੰਟ ਬਾਅਦ ਆਪਣੇ ਆਪ ਨੂੰ ਧਰਵਾਸ ਦਿੱਤਾ ਕਿ ਨਹੀਂ, ਠੀਕ ਹੋਣਗੇ, ਇਹੋ ਜਿਹੀ ਕੋਈ ਗੱਲ ਨਹੀਂ, ਮੈਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ। ਪਰ ਜਦੋਂ 5 ਮਿੰਟ ਬਾਅਦ ਇਹਨਾਂ ਨੂੰ ਮੈਂ ਦੁਬਾਰਾ ਕਾਲ ਕੀਤੀ, ਇਹਨਾਂ ਨੇ ਫਿਰ ਵੀ ਕਾਲ ਪਿਕ ਨਹੀਂ ਕੀਤੀ। ਫਿਰ ਟੈਨਸ਼ਨ ਬਹੁਤ ਜ਼ਿਆਦਾ ਵੱਧ ਗਈ। ਮੈਂ ਕਿਸੇ ਨੂੰ ਘਰ 'ਚ ਦੱਸ ਵੀ ਨਹੀਂ ਸੀ ਸਕਦੀ। ਮੈਨੂੰ ਲੱਗਦਾ ਸੀ ਕਿ ਜੇ ਮੈਂ ਕਿਸੇ ਨੂੰ ਹੋਰ ਦੱਸੂੰਗੀ, ਹੋ ਸਕਦਾ ਮੇਰੀ ਆਪਣੀ ਟੈਨਸ਼ਨ ਹੋਵੇ, ਸਾਰਿਆਂ 'ਤੇ ਟੈਨਸ਼ਨ ਪੈ ਜਾਣੀ ਆ। ਚੁੱਪ-ਚਾਪ ਮੈਂ ਉੱਥੇ ਹੀ ਬੈਠ ਗਈ। ਅਤੇ 10 ਮਿੰਟਾਂ ਬਾਅਦ ਫਿਰ ਇਹਨਾਂ ਦੀ ਕਾਲ ਆਈ। ਜਦੋਂ ਮੈਨੂੰ ਲੱਗਿਆ ਵੀ ਚਲੋ ਸ਼ੁਕਰ ਆ ਕਾਲ ਆਈ, ਫਿਰ ਇੱਕਦਮ ਸੁਣਿਆ ਫੋਨ ਕਿ ਫੋਨ 'ਤੇ ਕੌਣ ਬੋਲੂਗਾ। ਅੰਦਰੋਂ ਧੜਕਣ ਲੱਗੀ ਹੋਈ ਸੀ ਕਿ ਇਹਨਾਂ ਦੀ ਆਵਾਜ਼ ਹੋਵੇ। ਤਾਂ ਜਦੋਂ ਇਹਨਾਂ ਨੇ ਫੋਨ ਕਰਕੇ ਦੱਸਿਆ ਕਿ ਮੈਂ ਸੁੱਤਾ ਪਿਆ ਸੀ, ਇਸ ਕਰਕੇ ਫੋਨ ਨਹੀਂ ਚੁੱਕਿਆ। ਫਿਰ ਮੈਂ ਇੱਕਦਮ ਇਹਨਾਂ ਨੂੰ ਦੱਸਿਆ ਕਿ ਖਬਰ ਤਾਂ ਇੱਦਾਂ ਦੀ ਲੱਗੀ ਹੋਈ ਆ, ਤੁਸੀਂ ਕਿੱਥੇ ਹੋ, ਕਿਵੇਂ ਹੈਗਾ ਉੱਥੇ ਦਾ ਮਾਹੌਲ। ਤਾਂ ਇਹ ਕਹਿੰਦੇ ਠੀਕ ਆ, ਉਹ ਤਾਂ ਪਿੰਡਾਂ ਦੇ ਵਿੱਚ ਹੈਗਾ, ਜਿਹੜਾ ਲੈਂਡਸਲਾਈਡਿੰਗ ਹੋ ਰਹੀ ਆ, ਤਾਂ ਥੋੜ੍ਹਾ ਜਿਹਾ ਸਕੂਨ ਮਿਲਿਆ। ਪਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਦੁਪਹਿਰ ਤੱਕ ਦੱਸਿਆ ਕਿ ਹਜੇ ਬੱਸ ਠੀਕ ਨਹੀਂ ਹੋਈ, ਦੁਪਹਿਰ ਤੋਂ ਬਾਅਦ ਅਸੀਂ ਚੱਲਾਂਗੇ। ਫਿਰ ਦੁਬਾਰਾ 2-2:30 ਵਜੇ ਗੱਲ ਹੁੰਦੀ ਆ, ਤਾਂ ਇਹ ਕਹਿੰਦੇ ਕਿ ਅਸੀਂ ਵਾਪਸ ਆ ਰਹੇ ਹਾਂ, ਅੱਗੇ ਬਹੁਤ ਜ਼ਿਆਦਾ ਵੱਡਾ ਜਾਮ ਲੱਗਿਆ ਹੋਇਆ। ਬਹੁਤ ਹੀ ਜ਼ਿਆਦਾ ਟੈਨਸ਼ਨ ਹੋਈ ਇਹ ਸਾਰਾ ਕੁਝ ਸੁਣ ਕੇ। ਤਾਂ ਘਰ ਦੇ ਵਿੱਚ ਫਿਰ ਮੈਂ ਗੱਲ ਕੀਤੀ, ਸਾਰਿਆਂ ਨੂੰ ਹੀ ਐਂ ਲੱਗਿਆ ਵੀ ਇੱਕਦਮ ਇੰਨੀਆਂ ਰੋਕਾਂ ਕਿਉਂ ਲੱਗੀ ਜਾਂਦੀਆਂ ਨੇ, ਵੀ ਸ਼ਾਇਦ ਕਿਤੇ ਕੁਦਰਤ ਦਾ ਕੋਈ ਇਸ਼ਾਰਾ ਨਾ ਹੋਵੇ ਕਿ ਇਹ ਅੱਗੇ ਨਾ ਜਾਣ। ਦਿਲ ਕਰੇ ਕਿ ਇਹਨਾਂ ਨੂੰ ਕਹਿ ਦੇਵਾਂ ਕਿ ਤੁਸੀਂ ਵਾਪਸ ਆ ਜਾਓ, ਪਰ ਫਿਰ ਸੋਚਿਆ ਕਿ ਨੈਗੇਟਿਵਿਟੀ ਨਹੀਂ ਪਾਉਣੀ ਚਾਹੀਦੀ। ਇਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ, ਕੱਲ੍ਹ ਚਲੇ ਜਾਇਓ, ਠੀਕ ਆ, ਸਾਰਾ ਕੁਝ ਠੀਕ ਹੋ ਜਾਣਾ। ਤਾਂ ਇਸ ਤਰ੍ਹਾਂ ਦਾ ਮਾਹੌਲ ਸੀ, ਬਹੁਤ ਹੀ ਟੈਨਸ਼ਨ ਵਾਲਾ ਸੀ। ਫਿਰ ਪਤਾ ਸੀ ਵੀ ਇਹਨਾਂ ਨੇ ਰੁਕਣਾ ਨਹੀਂ, ਕਿਉਂਕਿ ਇਹਨਾਂ ਦਾ ਜਿਹੜਾ ਜਨੂੰਨ ਆ ਪਰਬਤ 'ਤੇ ਚੜ੍ਹਨ ਦਾ, ਉਹ ਤਾਂ ਕਿਸੇ ਦੇ ਰੁਕਣ ਵਾਲਾ ਹੈ ਨਹੀਂ ਸੀਗਾ। ਤਾਂ ਫਿਰ ਇਹਨਾਂ ਨੂੰ ਮੋਟੀਵੇਟ ਹੀ ਕੀਤਾ, ਆਲ ਦਾ ਬੈਸਟ ਬੋਲਿਆ ਕਿ ਚਲੋ ਠੀਕ ਆ, ਜਾਓ। ਪਰ ਅੰਦਰ ਬਹੁਤ ਜ਼ਿਆਦਾ ਧੜਕਣ ਵਧੀ ਰਹਿੰਦੀ ਸੀ, ਜਿੰਨੀ ਦੇਰ ਤੱਕ ਪ੍ਰੋਪਰ ਇਹਨਾਂ ਦਾ ਗੱਲਬਾਤ ਨਹੀਂ ਹੋਈ ਕਿ ਠੀਕ ਆ, ਚੋਟੀ ਸਰ ਕਰਕੇ ਵਾਪਸ ਆ ਗਏ। ਕਿੰਨਾ ਟਾਈਮ ਗੱਲ ਨਹੀਂ ਹੁੰਦੀ ਸੀ? 3-4 ਦਿਨ ਤੱਕ ਗੱਲ ਨਹੀਂ ਸੀ ਹੋਈ। ਬਾਰ-ਬਾਰ ਇਹਨਾਂ ਦਾ ਫੋਨ ਟਰਾਈ ਕਰਨਾ, ਸਵਿਚ ਆਫ ਬੋਲੀ ਜਾਣਾ। ਅਤੇ ਜੋ ਇਹਨਾਂ ਦੇ ਨਾਲ ਦੋਸਤ ਹੋਰ ਗਏ ਹੋਏ ਸੀ, ਉਹਨਾਂ ਦਾ ਵੀ ਮੈਂ ਨੰਬਰ ਲੈ ਕੇ ਰੱਖਿਆ ਹੋਇਆ ਸੀ ਕਿ ਬਾਈ ਚਾਂਸ ਤੁਹਾਡੇ ਨਾਲ ਗੱਲ ਨਹੀਂ ਹੁੰਦੀ ਤਾਂ ਉਹਨਾਂ ਤੋਂ ਪੁੱਛ ਲਾਂਗੇ। ਉਹਨਾਂ ਦਾ ਨੰਬਰ ਵੀ ਟਰਾਈ ਕੀਤਾ, 2 ਦੋਸਤਾਂ ਦਾ ਨੰਬਰ ਸੀ, ਉਹਨਾਂ ਦਾ ਵੀ ਸਵਿਚ ਆਫ ਆਈ ਜਾਂਦਾ ਸੀ। ਪਰ ਫਿਰ ਅੰਦਰੋਂ ਇੱਕ ਦੁਆ ਨਿਕਲਦੀ ਸੀ ਕਿ ਸਾਰਾ ਕੁਝ ਠੀਕ ਹੀ ਹੋਏਗਾ। ਇਹ ਮੇਰੇ ਵਿਚਾਰ ਹੀ ਨੇ ਕਿ ਉਹਨਾਂ ਨੂੰ ਕੁਛ ਹੋ ਨਾ ਜਾਵੇ।
ਪਰ ਦੁਆ ਹੀ ਨਿਕਲਦੀ ਸੀ ਕਿ ਨਹੀਂ ਠੀਕ ਆ, ਸਾਰਾ ਕੁਝ ਠੀਕ ਹੋ ਜਾਣਾ। ਬਾਬਾ ਜੀ ਅੱਗੇ ਅਰਦਾਸ ਕਰਨੀ ਕਿ ਉਹ ਬਿਲਕੁਲ ਤੰਦਰੁਸਤ ਹੋਣ ਅਤੇ ਆਪਣੀ ਚੋਟੀ ਫਤਿਹ ਕਰਕੇ ਆਉਣਗੇ। ਫਿਰ ਆਪਣੇ ਅੰਦਰੋਂ ਇਮੈਜੀਨੇਸ਼ਨ ਕਰਨੀ ਕਿ ਉਹ ਚੋਟੀ 'ਤੇ ਚੜ੍ਹ ਰਹੇ ਨੇ, ਫਤਿਹ ਕਰ ਰਹੇ ਨੇ, ਹੁਣ ਉੱਥੇ ਹੋਣਗੇ, ਹੁਣ ਆ ਰਹੇ ਹੋਣਗੇ। ਇਸ ਤਰ੍ਹਾਂ ਦਾ ਸੋਚ ਕੇ ਦਿਨ ਲੰਘਾਏ। ਤੁਹਾਨੂੰ ਕੋਈ ਪਤਾ ਲੱਗਿਆ ਫਿਰ ਕਦੋਂ ਪਤਾ ਲੱਗਿਆ ਵੀ ਇਹਨਾਂ ਨੇ ਆਪਣਾ ਮੁਕਾਮ ਹਾਸਿਲ ਕਰ ਲਿਆ? ਇਹ ਜਦੋਂ 3 ਦਿਨਾਂ ਬਾਅਦ ਚੋਟੀ ਤੋਂ ਵਾਪਸ ਆਏ ਤਾਂ ਸਵੇਰੇ ਇਹਨਾਂ ਦਾ ਮੈਸੇਜ ਆਇਆ। ਉਸ ਤੋਂ ਪਹਿਲਾਂ ਮੈਂ ਚੈੱਕ ਕਰਕੇ ਹਟੀ ਸੀ ਕਿ ਇਹਨਾਂ ਦਾ ਨੈਟਵਰਕ ਆ ਗਿਆ ਜਾਂ ਨਹੀਂ ਆ ਗਿਆ, ਹਜੇ ਉਦੋਂ ਤੱਕ ਨਹੀਂ ਸੀ ਆਇਆ। ਤਾਂ ਫਿਰ ਮੈਂ ਚਾਹ ਪਾਣੀ ਪੀਣ ਲੱਗੀ ਤਾਂ ਉਸ ਤੋਂ ਬਾਅਦ ਇਹਨਾਂ ਦਾ ਵੌਇਸ ਮੈਸੇਜ ਆਇਆ ਹੋਇਆ ਸੀਗਾ। ਇਹਨਾਂ ਨੇ ਮੈਸੇਜ ਦੇ ਵਿੱਚ ਦੱਸਿਆ ਕਿ ਅਸੀਂ ਚੋਟੀ ਫਤਿਹ ਕਰ ਲਈ ਆ, ਵਰਲਡ ਰਿਕਾਰਡ ਵੀ ਬਣ ਗਿਆ ਅਤੇ ਥੋੜ੍ਹੀ ਦੇਰ ਬਾਅਦ ਅਸੀਂ ਰੇਂਜ ਦੇ ਵਿੱਚ ਆ ਕੇ ਤੁਹਾਡੇ ਨਾਲ ਗੱਲ ਕਰ ਲਾਂਗੇ। ਫਿਰ ਬਹੁਤ ਜ਼ਿਆਦਾ ਸਕੂਨ ਮਿਲਿਆ, ਬਾਬਾ ਜੀ ਦਾ ਧੰਨਵਾਦ ਕੀਤਾ ਕਿ ਚਲੋ ਸ਼ੁਕਰ ਹੈ ਚੋਟੀ ਵੀ ਫਤਿਹ ਹੋ ਗਈ ਆ। ਘਰ 'ਚ ਕਿਸ ਤਰ੍ਹਾਂ ਦਾ ਮਾਹੌਲ ਫਿਰ ਹੋਇਆ ਉਸ ਤੋਂ ਬਾਅਦ? ਉਸ ਤੋਂ ਬਾਅਦ ਬਹੁਤ ਖੁਸ਼ੀ ਵਾਲਾ ਮਾਹੌਲ ਹੋ ਗਿਆ। ਮੈਂ ਫਿਰ ਮੰਮੀ ਨੂੰ ਦੱਸਿਆ, ਬੇਟੀ ਨੂੰ ਦੱਸਿਆ। ਉਹ ਸੁੱਤੀ ਪਈ ਸੀ ਹਜੇ, ਉਹਨੂੰ ਮੈਂ ਜਗਾ ਕੇ ਦੱਸਿਆ ਕਿ ਪਾਪਾ ਨੇ ਚੋਟੀ ਸਰ ਕਰ ਲਈ ਆ। ਉਹ ਵੀ ਬਹੁਤ ਖੁਸ਼ ਹੋਈ ਅਤੇ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੋ ਗਿਆ। ਇਹਨਾਂ ਦੀਆਂ ਹੋਰ ਵੀ ਅੱਗੇ ਤਮੰਨਾ ਨੇ ਜਾਣ ਦੀਆਂ, ਅੱਗੇ ਤੁਸੀਂ ਕਿਸ ਤਰ੍ਹਾਂ ਸਾਥ ਦਿਓਗੇ ਅੱਗੇ? ਸਾਥ ਤਾਂ ਬਸ ਇਹੀ ਆ ਕਿ ਵਧੀਆ ਹੈਗੀ ਆ, ਅਗਰ ਇਹਨਾਂ ਦੀ ਤਮੰਨਾ ਹੈਗੀ ਆ ਜਾਣ ਦੀ, ਜਾਣ, ਚੋਟੀਆਂ ਫਤਿਹ ਕਰਨ, ਸਰ ਕਰਨ, ਸਫਲਤਾਪੂਰਵਕ ਕਰਨ ਅਤੇ ਇਹਨਾਂ ਦੀ ਸਿਹਤ ਵੀ ਚੰਗੀ ਰਹੇ। ਬਾਬਾ ਜੀ ਦਾ ਆਸ਼ੀਰਵਾਦ ਹੋਇਆ ਤਾਂ ਮਾਊਂਟ ਐਵਰੈਸਟ ਵੀ ਫਤਿਹ ਕਰ ਲੈਣ। ਇਹੀ ਹੈਗਾ ਕਿ ਅੱਗੇ ਵੱਧਦੇ ਰਹਿਣ। ਅੰਦਰੋਂ ਦਿਲੋਂ ਤਾਂ ਆਵਾਜ਼ ਇਹੀ ਆਉਂਦੀ ਆ। ਥੋੜ੍ਹਾ ਬਹੁਤ ਟੈਨਸ਼ਨ ਵਾਲਾ ਮਾਹੌਲ ਹੁੰਦਾ ਪਰ ਉਹਨੂੰ ਤਾਂ ਫਿਰ ਥੋੜ੍ਹਾ ਕੰਟਰੋਲ ਕਰਨਾ ਪੈਣਾ। ਅਤੇ ਮੇਰਾ ਦੋਸਤ ਸ਼ੁਰੂ ਤੋਂ ਹੀ ਮਤਲਬ ਸਾਹਸੀ ਬੰਦਾ ਹੈਗਾ, ਬਸ ਕੰਮ ਕਰਨਾ ਚਾਹੁੰਦਾ ਮੈਂ, ਸਾਹਸੀ ਜਿਹੜੇ ਮਤਲਬ ਲੋਕ ਆਮ ਨਹੀਂ ਕਰ ਸਕਦੇ। ਅਤੇ ਇਹਦਾ ਮਾਊਂਟ ਐਵਰੈਸਟ ਦਾ ਹੈਗਾ ਸੁਪਨਾ ਅਤੇ ਮੈਨੂੰ ਬਹੁਤ ਖੁਸ਼ੀ ਮਤਲਬ ਇਹਨੇ ਪਾਰ ਕੀਤੀ ਚੋਟੀ। ਅਤੇ ਮਾਊਂਟ ਐਵਰੈਸਟ ਵੀ ਇਹ ਅਗਲੇ ਸਾਲ ਜਾਂ 2 ਸਾਲਾਂ ਬਾਅਦ ਕਰ ਲਏਗਾ। ਪਹਿਲਾਂ ਤੁਹਾਨੂੰ ਕਿਵੇਂ ਪਤਾ ਲੱਗਿਆ, ਫਿਰ ਕਦੋਂ ਤੁਹਾਨੂੰ ਦੱਸਿਆ ਇਹਨੇ? ਫੋਟੋ ਵਾਇਰਲ ਹੋਈ ਸੀ ਪਹਿਲਾਂ ਜਾਣ ਤੋਂ ਪਹਿਲਾਂ ਵੀ ਮਿਲਿਆ ਸੀ ਮੈਨੂੰ। ਮੈਂ ਛੱਡ ਕੇ ਆਇਆ ਇਹਨੂੰ ਸੰਗਰੂਰ ਤੱਕ ਅਤੇ ਬੱਸ 'ਚ ਚੜ੍ਹਾ ਕੇ ਆਇਆ ਜੀ। ਅਤੇ ਫਿਰ ਨੈਟਵਰਕ ਤੋਂ ਬਾਹਰ ਹੋ ਗਿਆ ਇਹ ਜਦੋਂ ਚੜ੍ਹਿਆ ਉੱਥੇ ਚੋਟੀ 'ਤੇ। ਜਦੋਂ ਨੈਟਵਰਕ ਦੇ ਵਿੱਚ ਆਏ ਤਾਂ ਫੋਟੋ ਵਾਇਰਲ ਹੋ ਗਈ, ਸਾਡੇ ਕੋਲ ਆ ਗਈ ਅਤੇ ਬਹੁਤ ਖੁਸ਼ੀ ਫੋਟੋ ਦੇਖ ਕੇ ਮਤਲਬ ਚੋਟੀ ਇਹਨੇ ਫਤਿਹ ਕਰ ਲਈ। ਅੱਛਾ, ਹੁਣ ਅਗਲੀ ਵਾਰ ਜਾ ਰਹੇ ਨੇ, ਹੁਣ ਮਤਲਬ ਕਿ ਉਹ ਫਿਰ ਹੌਸਲਾ ਹੋਰ ਵਧਾ ਰਹੇ ਹੋ ਇਹਨਾਂ ਦਾ? ਪੂਰਾ ਹੌਸਲਾ ਵਧਾਉਂਦੇ ਕਰੂਗਾ। ਅੱਗੇ ਸਾਊਥ ਅਫਰੀਕਾ ਜਾਊਗੇ, ਚੋਟੀ 'ਤੇ ਚੜ੍ਹੂ ਅਤੇ ਹੌਸਲਾ ਵਧਾਉਂਦੇ ਪੂਰਾ। ਨਾਮ ਗੁਰਪ੍ਰੀਤ ਸਿੰਘ ਬਾਠ ਹੈ ਜੀ, ਅਤੇ ਮੈਂ ਜੇਲ੍ਹ ਵਿਭਾਗ ਦੇ ਵਿੱਚ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਜਿਹੜੀਆਂ ਸੰਗਰੂਰ ਜੇਲ੍ਹ ਦੇ ਵਿੱਚ ਹੁਣ ਦੇ ਰਿਹਾ। ਸਰ, ਕਿਸ ਤਰ੍ਹਾਂ ਮਾਈਂਡ ਦੇ ਵਿੱਚ ਆਇਆ ਕਿ ਜਿਹੜੀਆਂ ਦੇਸ਼ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਨੇ ਉਹ ਸਰ ਕੀਤੀਆਂ ਜਾਣ? ਪੂਰੀ ਗੱਲ ਜਾਣਨਾ ਚਾਹੁੰਦੇ। ਸਰ, ਮੈਂ 2016 ਦੇ ਵਿੱਚ ਮੇਰੇ ਮਨ ਦੇ ਵਿੱਚ ਇਹ ਗੱਲ ਉੱਭਰ ਕੇ ਆਈ ਕਿ ਯਾਰ ਆਪਾਂ ਨੂੰ ਕੁਛ ਵਿਲੱਖਣ ਤੌਰ 'ਤੇ ਉੱਪਰ ਕੋਈ ਕਾਰਜ ਜਿਹੜਾ ਉਹ ਰੰਭਣਾ ਚਾਹੀਦਾ ਹੈ। ਇਸੇ ਤਹਿਤ ਮੈਂ ਫਿਰ ਟ੍ਰੇਨਿੰਗ ਬਕਾਇਦਾ IMF ਇੰਸਟੀਚਿਊਟ ਦਾਰਜਲਿੰਗ ਤੋਂ ਲਈ ਅਤੇ ਉਸ ਤੋਂ ਬਾਅਦ ਫਿਰ ਮੈਂ ਚੋਟੀਆਂ ਨੂੰ ਜਿਹੜਾ ਸਰ ਕਰਨਾ ਹੈ ਜਿਹੜਾ ਉਹ ਸ਼ੁਰੂ ਕੀਤਾ ਜੀ। ਕਿੰਨੀਆਂ ਚੋਟੀਆਂ ਤੱਕ ਹੁਣ ਤੱਕ ਤੁਸੀਂ ਜਿਹੜੀਆਂ ਸਰ ਕਰੀਆਂ ਨੇ, ਜਾਂ ਫਿਰ ਸਭ ਤੋਂ ਜਿਹੜੀ ਆ ਹੁਣ ਲੇਟੈਸਟ ਤੁਸੀਂ ਕਰਿਆ ਹੈਗਾ, ਇਹਦਾ ਖਿਆਲ ਮਨ 'ਚ ਕਿਵੇਂ ਹੈ? ਇਸ ਤੋਂ ਪਹਿਲਾਂ ਮਤਲਬ ਮੈਂ 3 ਚੋਟੀਆਂ ਜਿਹੜੀਆਂ ਉਹ ਸਰ ਕਰ ਚੁੱਕਿਆ। ਇਸ ਚੋਟੀ ਦਾ ਜਿਹੜਾ ਖਿਆਲ ਹੈ ਸਾਡੇ ਦਿਮਾਗ ਦੇ ਵਿੱਚ ਮਤਲਬ ਇੱਦਾਂ ਹੀ ਹੈਗਾ ਵੀ ਆਪਾਂ ਨੂੰ ਮਤਲਬ ਚੋਟੀਆਂ ਸਰ ਕਰਨੀਆਂ ਚਾਹੀਦੀਆਂ, ਕਿਉਂਕਿ ਜਿਹੜਾ ਮੇਰਾ ਮਿਸ਼ਨ ਹੈਗਾ ਉਹ ਹੈਗਾ ਐਵਰੈਸਟ। ਉਸ ਤੋਂ ਪਹਿਲਾਂ ਮਤਲਬ ਮੈਂ ਵੱਖ-ਵੱਖ ਚੋਟੀਆਂ ਨੂੰ ਸਰ ਕਰਨ ਦਾ ਜਿਹੜਾ ਮਿਸ਼ਨ ਹੈ ਉਹ ਮਿੱਥਿਆ ਹੋਇਆ ਹੈ। ਇਸੇ ਤਹਿਤ ਅਸੀਂ ਇਹ ਜਿਹੜੀ ਯੂਨਮ ਪੀਕ ਹੈ ਇਸ ਨੂੰ ਸਰ ਕੀਤਾ ਅਤੇ ਇੱਕ ਰਿਕਾਰਡ ਵੀ ਕਾਇਮ ਕੀਤਾ ਇਸ ਦੇ ਨਾਲ। ਅਤੇ ਅਗਲੇ ਮਤਲਬ 2 ਸਾਲਾਂ ਦੇ ਵਿੱਚ ਮੇਰਾ ਜਿਹੜਾ ਮਿਸ਼ਨ ਹੈਗਾ ਉਹ ਐਵਰੈਸਟ ਨੂੰ ਸਰ ਕਰਨ ਦਾ ਹੈ ਜੀ। ਕਿੱਥੇ ਪੈਂਦੀ ਸੀ ਚੋਟੀ, ਤੁਸੀਂ ਕਿੱਥੇ ਗਏ ਸੀ, ਕਿਵੇਂ ਚੁਣਿਆ ਗਿਆ ਰਸਤਾ? ਇਹ ਜਿਹੜੀ ਚੋਟੀ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਜਿਹੜੀ ਸਥਿਤ ਹੈਗੀ ਹੈ, ਸਪੀਤੀ ਵੈਲੀ ਦੇ ਵਿੱਚ ਹੈਗੀ ਹੈ, ਯੂਨਮ ਪੀਕ ਹੈ। ਅਤੇ ਅਸੀਂ 18 ਤਰੀਕ ਨੂੰ ਇੱਥੋਂ ਮਤਲਬ ਚੰਡੀਗੜ੍ਹ ਤੋਂ ਚੱਲੇ ਅਤੇ ਰਸਤੇ ਵਿੱਚ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਜਿਵੇਂ ਸਾਹਮਣਾ ਕਰਨਾ ਪਿਆ, ਮੈਂ ਉਹ ਦੱਸਣਾ ਵੀ ਚਾਹਾਂਗੇ। ਕਿਉਂਕਿ ਰਾਤ ਸਾਡੀ ਬੱਸ ਦਾ ਐਕਸੀਡੈਂਟ ਵੀ ਹੋਇਆ ਉਸੇ ਰਾਤ ਨੂੰ, ਮਤਲਬ 18 ਤਰੀਕ ਨੂੰ। ਅਤੇ ਰਾਤ ਨੂੰ ਅਸੀਂ ਬੱਸ ਦੇ ਵਿੱਚ ਹੀ ਸੁੱਤੇ, ਬਾਰਿਸ਼ ਬਹੁਤ ਜ਼ਿਆਦਾ ਸੀ। 19 ਤਰੀਕ ਨੂੰ ਅਸੀਂ ਫਿਰ ਅੱਗੇ ਵਧਣਾ ਸੀ ਕਿਉਂਕਿ ਲੈਂਡ ਸਲਾਈਡਿੰਗ ਮਨਾਲੀ ਤੋਂ ਪਹਿਲਾਂ ਬਹੁਤ ਜ਼ਿਆਦਾ ਹੋ ਚੁੱਕੀ ਸੀ ਅਤੇ ਸਾਡਾ ਪਹੁੰਚਣਾ ਨਾਮੁਮਕਿਨ ਲੱਗ ਰਿਹਾ ਸੀ। ਪਰ ਅਸੀਂ ਕਿਵੇਂ ਨਾ ਕਿਵੇਂ ਫਿਰ ਅਗਲੇ ਦਿਨ ਟੈਕਸੀ ਕਰਕੇ ਕਿਸੇ ਲੋਟ ਮਤਲਬ ਅਸੀਂ ਆਪਣੀ ਇਸ ਕਗਾਰ ਦੇ ਉੱਪਰ ਪਹੁੰਚੇ ਅਤੇ ਅਸੀਂ ਇਸ ਪੀਕ ਨੂੰ ਸਬਮਿਟ ਕੀਤਾ। ਫਿਰ ਅਸੀਂ ਕਿਵੇਂ ਸਫ਼ਰ ਹੈ, ਚੜ੍ਹਾਈ ਕਿਸ ਤਰ੍ਹਾਂ ਦੀ ਰਹੀ, ਕਿੰਨੇ ਲੋਕ ਸੀ ਤੁਸੀਂ, ਕਿੱਥੋਂ ਹੈਗੇ ਤੁਹਾਡੇ ਨਾਲ ਸਾਥ? ਅਸੀਂ ਇਹ ਪੂਰੀ 11 ਮੈਂਬਰੀ ਟੀਮ ਸੀ, ਜਿਹਦੇ ਵਿੱਚ 3 ਬੰਦੇ ਸੀ ਜਿਹੜੇ ਉਹ ਪੰਜਾਬ ਦੇ ਸੀ,
ਤੇ ਗੁਰਪ੍ਰੀਤ ਸਿੰਘ ਸਿੱਧੂ ਤੇ ਜਿਹੜੇ ਸਾਡੇ ਉਹ ਫਰੀਦਕੋਟ ਤੋਂ ਨੇ, ਜਿਹੜੇ ਸਾਡੇ ਉਹ ਟੀਮ ਲੀਡਰ ਸੀ। ਤੇ ਬਾਕੀ ਉੱਤਰਾਂਚਲ ਤੋਂ, ਉੱਤਰਾਖੰਡ ਤੋਂ, ਮਹਾਰਾਸ਼ਟਰ ਤੋਂ ਤੇ ਰਾਜਸਥਾਨ ਤੋਂ ਸਾਡੇ ਨਾਲ ਜਿਹੜੇ ਮਾਊਂਟੇਨੀਅਰ ਸੀ ਉਹ ਜੁੜੇ ਹੋਏ ਸੀ। ਤੇ ਇਹਨਾਂ ਨੇ ਅਸੀਂ ਮਿਲ ਕੇ ਫਿਰ ਇਸ ਮੁਕਾਮ ਤੇ ਪਹੁੰਚੇ। ਮੁਸ਼ਕਿਲ ਤਾਂ ਇੱਕ ਇਹ ਵੀ ਠੰਡ ਹੈ ਜਿਹੜੀ ਉਹ ਮਤਲਬ ਬਹੁਤ ਜ਼ਿਆਦਾ ਹੁੰਦੀ ਹੈ, ਮਤਲਬ ਮਾਈਨਸ ਦੇ ਵਿੱਚ ਤਾਪਮਾਨ ਰਹਿੰਦਾ ਹਮੇਸ਼ਾ ਹੀ ਪਹਾੜਾਂ ਦੇ ਵਿੱਚ। ਤੇ ਸਾਹ ਦੀ ਜਿਹੜੀ ਪ੍ਰੋਬਲਮ ਹੈ ਉਹ ਵੀ ਸਾਨੂੰ ਦਿੱਕਤ ਦੇ ਰਹੀ ਸੀ। ਪਰ ਜਦੋਂ ਕਹਿੰਦੇ ਵੀ ਮਤਲਬ ਇੱਕ ਤੁਹਾਡੇ 'ਚ ਦ੍ਰਿੜ ਜਜ਼ਬਾ ਹੋਵੇ, ਕੁਛ ਕਰਨ ਦੀ ਹਿੰਮਤ ਹੋਵੇ, ਤਾਂ ਪਿੱਛੇ ਹਟਣਾ ਜਿਹੜਾ ਉਹ ਨਾਮੁਮਕਿਨ ਹੀ ਹੁੰਦਾ ਹੈਗਾ। ਅਸੀਂ ਉਸ ਜਜ਼ਬੇ ਨੂੰ ਲੈ ਕੇ ਚੱਲੇ ਤੇ ਇੱਕ ਮੁਕਾਮ 'ਤੇ ਪਹੁੰਚਣ ਦੇ ਲਈ ਅਸੀਂ ਇੱਕ ਜ਼ਿੱਦ ਕਰ ਰੱਖੀ ਸੀ ਵੀ ਹਾਂ ਕੁਛ ਕਰਨਾ ਹੈਗਾ, ਤੇ ਅਸੀਂ ਉਹ ਕੀਤਾ। ਫਿਰ ਅਸੀਂ ਕਿੰਨੇ ਸਮੇਂ 'ਚ ਤੁਸੀਂ ਟੌਪ 'ਤੇ ਚਲੇ ਗਏ ਸੀ? ਵੈਸੇ ਜਿਹੜੀ ਮਤਲਬ ਪੀਕ ਹੈਗੀ ਹੈ ਇਹਨੂੰ 5 ਦਿਨ ਦੇ ਵਿੱਚ ਤਕਰੀਬਨ ਲੋਕ ਨੇ ਜਿਹੜੇ ਉਹ ਸਬਮਿਟ ਕਰਦੇ ਨੇ, ਹੈ ਨਾ। ਤੇ ਅਸੀਂ ਇਸ ਨੂੰ ਤਕਰੀਬਨ 2 ਦਿਨਾਂ ਦੇ ਵਿੱਚ ਮਤਲਬ ਕਰ ਦਿੱਤਾ। ਅਸੀਂ ਕਿੱਬਰ ਇੱਕ ਜਗ੍ਹਾ ਹੈਗਾ, ਪਿੰਡ ਹੈਗਾ, ਤੇ ਅਸੀਂ ਉਸ ਕਿੱਬਰ ਜਗ੍ਹਾ ਤੋਂ ਚੱਲੇ ਤੇ ਬੇਸ ਕੈਂਪ ਤੱਕ ਸਾਨੂੰ 3 ਘੰਟੇ ਲੱਗੇ ਪਹੁੰਚਣ ਨੂੰ। ਤੇ ਉਸੇ ਰਾਤ ਫਿਰ ਅਸੀਂ ਰਾਤ ਨੂੰ 3 ਵਜੇ ਚੱਲ ਕੇ ਤੇ ਸਿੱਧਾ ਟੌਪ 'ਤੇ ਪਹੁੰਚੇ 10:30 ਵਜੇ, ਜਿੱਥੇ ਫਿਰ ਅਸੀਂ ਨੇ ਮਤਲਬ ਇੰਡੀਆ ਦਾ ਝੰਡਾ ਜਿਹੜਾ ਉਹ ਫਹਿਰਾ ਦਿੱਤਾ ਤੇ ਅਸੀਂ ਇੱਕ ਰਿਕਾਰਡ ਹੈ ਜਿਹੜਾ ਉਹ ਕਾਇਮ ਕੀਤਾ ਉੱਥੇ। ਤੁਸੀਂ ਵਰਲਡ ਰਿਕਾਰਡ ਕਾਇਮ ਕੀਤਾ ਹੈ, ਤੁਹਾਨੂੰ ਕਿਵੇਂ ਹੈ ਲੱਗਿਆ ਵੀ ਵਰਲਡ ਰਿਕਾਰਡ ਤੁਸੀਂ ਉੱਥੇ ਝੰਡਾ ਫਹਿਰਾਇਆ ਗਿਆ ਉੱਥੇ ਜਾ ਕੇ? ਕਿੰਨਾ ਵੱਡਾ ਝੰਡਾ ਸੀ? ਇਸ ਤੋਂ ਪਹਿਲਾਂ ਰਿਕਾਰਡ ਉੱਤੇ ਕੀ ਰਿਹਾ? ਤੇ ਅਸੀਂ ਸਾਡੀ ਟੀਮ ਨੇ ਜਿਹੜੀ ਸਰਚ ਕੀਤੀ ਸੀ ਉਹ ਹੈਗੀ ਹੈ ਉਸ ਤੋਂ ਪਹਿਲਾਂ ਜਿਹੜਾ ਇਸ ਕਨਾਮੋ ਪੀਕ ਦਾ ਜਿਹੜਾ ਰਿਕਾਰਡ ਹੈਗਾ ਉਹ 280 ਫੀਟ ਦਾ ਸੀ ਹੈਗਾ। ਤੇ ਅਸੀਂ ਇਸ ਪੀਕ ਦੇ ਉੱਪਰ 328 ਫੀਟ ਦਾ ਜਿਹੜਾ ਝੰਡਾ ਹੈ ਉਹ ਰਿਕਾਰਡ ਕਾਇਮ ਕੀਤਾ ਹੈਗਾ। ਤੇ ਅਸੀਂ ਇਸ ਵਿੱਚ ਸਫਲ ਵੀ ਰਹੇ ਹੈਗਾ। ਕਾਫੀ ਮੁਸ਼ਕਿਲ ਹੋਈ ਸਾਨੂੰ ਮਤਲਬ ਝੰਡਾ ਫਹਿਰਾਉਣ ਦੇ ਵਿੱਚ, ਕਿਉਂਕਿ ਹਵਾ ਬਹੁਤ ਜ਼ਿਆਦਾ ਤੇਜ਼ ਸੀ। ਚਲੋ ਪਰਮਾਤਮਾ ਦਾ ਸ਼ੁਕਰ ਇੰਨਾ ਕਿ ਹਵਾ ਕੁਛ ਮਿੰਟਾਂ ਦੀ ਰੁਕੀ, ਅਸੀਂ ਆਪਣੇ ਮਿਸ਼ਨ ਨੂੰ ਕਾਮਯਾਬ ਬਣਾਇਆ। ਕਿੰਨਾ ਝੰਡਾ ਫਹਿਰਾਇਆ? ਕਿੰਨੀ ਦਵਾਈ ਸੀ? ਕੀ ਰਿਹਾ? ਤੇ ਇਹ 328 ਫੀਟ ਮਤਲਬ 100 ਮੀਟਰ ਦਾ ਜਿਹੜਾ ਝੰਡਾ ਹੈ ਅਸੀਂ ਉੱਥੇ ਫਹਿਰਾਇਆ। ਏਜੰਸੀ ਹੈਗੀ ਆ IWR, ਜਿਨ੍ਹਾਂ ਨੇ ਸਾਨੂੰ ਮਤਲਬ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਸਾਡੇ ਟੀਮ ਲੀਡਰ ਨੂੰ ਇਹ ਸਰਟੀਫਿਕੇਟ ਜਿਹੜਾ ਵਰਲਡ ਰਿਕਾਰਡ ਦਾ ਉਹ ਆ ਚੁੱਕਿਆ ਹੈਗਾ। ਅਸੀਂ ਮਤਲਬ ਹੋਰ ਵੀ ਜਿਹੜੀਆਂ ਜਿਵੇਂ ਏਸ਼ੀਆ ਬੁੱਕ ਰਿਕਾਰਡ ਹੈ ਨਾ, ਉਹਦੇ ਵਾਸਤੇ ਵੀ ਅਪਲਾਈ ਕੀਤਾ ਹੈਗਾ। ਲਿਮਕਾ ਬੁੱਕ ਵਾਸਤੇ ਵੀ ਅਸੀਂ ਅਪਲਾਈ ਕਰਨ ਜਾ ਰਹੇ ਹਾਂ ਜਲਦੀ। ਤੇ ਉਮੀਦ ਹੈ ਕਿ ਸਾਨੂੰ ਇਸ ਦੇ ਵਿੱਚ ਵੀ ਮਤਲਬ ਕਿ ਸਫਲਤਾ ਹੀ ਮਿਲੇਗੀ, ਮਤਲਬ ਵੀ ਕੋਈ ਦਿੱਕਤ ਨਹੀਂ ਆਏਗੀ ਸਾਨੂੰ।